सत श्री अकाल जी। ਅੱਜ ਗੱਲ ਕਰਦੇ ਹਾਂ ਕਿ ਅਨਾਜ ਦੀ ਪੈਦਾਵਾਰ ਕਿੰਨੀ ਕਰੀਏ। ਇਸ ਵਕਤ ਸਾਡੀ ਦੇਸ਼ ਦੀ ਜਿਹੜੀ ਮੁੱਖ ਸਮੱਸਿਆ ਹੈਗੀ ਹੈ ਉਹ ਖੁਰਾਕੀ ਲੋੜ ਨਾਲੋਂ ਜ਼ਿਆਦਾ ਜਿਹੜੀ ਹੈ ਪੈਦਾਵਾਰ ਦੀ ਹੈ। ਦਰਅਸਲ ਜੇ ਦੇਖੀਏ ਤਾਂ ਪੈਦਾਵਾਰ ਤੇ ਲੋੜ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਪਰ ਗਰੀਬੀ ਹੋਣ ਕਰਕੇ ਬੜੇ ਲੋਕ ਇਹੋ ਜਿਹੇ ਜਿਨ੍ਹਾਂ ਕੋਲੇ ਆਪਦੀ ਲੋੜ ਅਨੁਸਾਰ ਅਨਾਜ ਖਰੀਦਣ ਦੀ ਸਮਰੱਥਾ ਨਹੀਂ ਹੈ, ਇਸ ਕਰਕੇ ਫਾਲਤੂ ਹੈ। ਪਰ ਸਰਕਾਰ ਇਸ ਪਾਸੇ ਨਜ਼ਰ ਪਾਉਣ ਦੀ ਬਜਾਏ ਇਹ ਰੌਲਾ ਜ਼ਿਆਦਾ ਪਾਉਂਦੀ ਹੈ ਕਿ ਸਾਡੇ ਕੋਲੇ ਤਾਂ ਅੰਨ ਭੰਡਾਰ ਭਰੇ ਪਏ ਹਨ, ਸਾਨੂੰ ਹੁਣ ਅਨਾਜ ਦੀ ਲੋੜ ਨਹੀਂ। ਇਸੇ ਕਰਕੇ ਤਾਂ ਕਮਿਸ਼ਨ ਫਾਰ ਐਗਰੀਕਲਚਰ ਪ੍ਰਾਈਸਿੰਗ ਨੇ ਐਤਕੀ ਜਦੋਂ ਧਾਨ ਦੀ कीमत ਵਧਾਈ है, नाल ही सिफारिश की है कि सरकारी खरीद घटाई जाए या इनू लोड़ अनुसार खरीदिया जाए। सो हुण देखिए जे पिछले सालों विच कणक अते धान की कितनी पैदावार वधी है। जे पिछले 6 सालों का रिकॉर्ड लाने तो प्रति साल तकरीबन 6.2 मिलियन टन जी पैदावार वधी है इन्हां दी। इस हिसाब नाल जे इहनूं देखिए तो यह 3% तो भी घट है। हुण ਉਹੀ ਜਿਹੜੀ ਪੈਦਾਵਾਰ ਵਧੀ ਹੈ ਉਧਰ ਸਰਕਾਰੀ ਖਰੀਦ ਵੀ ਤਕਰੀਬਨ ਜਿਹੜੀ ਪ੍ਰਤੀ ਸਾਲ ਉਨੀ ਹੀ ਵਧੀ ਹੈ, ਯਾਨੀ ਕਿ 6 ਮਿਲੀਅਨ ਟਨ ਤਕਰੀਬਨ ਵਧੀ ਹੈ। ਸੋ ਜਿਹੜੀ ਫਾਲਤੂ ਅਨਾਜ ਜਾਂ ਵਾਧੂ ਅਨਾਜ ਪੈਦਾ ਹੋਇਆ ਉਹ ਸਰਕਾਰੀ ਖਰੀਦ ਵੱਲ ਚਲਾ ਗਿਆ, ਅਸੀਂ ਇਹ ਕਹਿ ਸਕਦੇ ਹਾਂ। ਹੁਣ 6 ਸਾਲਾਂ ਦੇ ਵਿੱਚ ਆਬਾਦੀ ਵੀ ਤਾਂ ਵਧੀ ਹੈ, ਪਰ ਆਬਾਦੀ ਦੇ ਵਧਣ ਨਾਲ ਖਪਤ ਨਹੀਂ ਵਧੀ ਉਹਦੀ। ਸੋ ਇਸੇ ਕਰਕੇ ਤਾਂ ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨ ਦੀ ਰਿਪੋਰਟ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਵੀ 19 ਕਰੋੜ ਲੋਕ ਭਾਰਤ ਦੇ ਵਿੱਚ ਭੁੱਖੇ ਸੌਂਦੇ ਹੈ। ਉਧਰ ਹੰਗਰ ਇੰਡੈਕਸ ਦੇ ਉੱਤੇ ਵੀ ਅਸੀਂ ਜਿਹੜਾ ਹੈਗਾ 193ਵੇਂ ਸਥਾਨ 'ਤੇ ਆਉਂਦੇ ਹਾਂ 125 ਮੁਲਕਾਂ ਦੇ ਵਿੱਚੋਂ। ਸੋ ਸਾਨੂੰ ਇੱਥੇ ਸੋਚਣ ਦੀ ਲੋੜ ਹੈ ਕਿ ਅਸੀਂ ਕਿਹੜੇ ਪਾਸੇ ਇਸ ਵਕਤ ਤੁਰ ਰਹੇ ਹਾਂ। ਅੱਜ ਜਿਹੜੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦਿੱਲੀ ਧਰਨੇ 'ਤੇ ਬੈਠੇ ਹੈ, ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਹੈ, ਅੱਜ ਉਸੇ ਸੰਘਰਸ਼ ਦਾ ਜਿਹੜਾ ਨਤੀਜਾ ਹੈਗਾ ਕਿ ਸਾਲ 2020-21 ਦੇ ਵਿੱਚ ਧਾਨ ਦੀ ਜਿਹੜੀ ਹੈਗੀ ਹੈ ਸਰਕਾਰੀ ਖਰੀਦ 8% ਨਾਲ ਵਧੀ ਹੈ ਪਿਛਲੇ ਸਾਲ ਨਾਲੋਂ। ਉਧਰ ਇਸੇ ਸਾਲ ਨੇ ਜਿਹੜੀ ਹੈ 16 ਮਈ 2021 ਤੱਕ ਕਣਕ ਦੀ ਫਸਲ ਦੀ ਸਰਕਾਰੀ ਖਰੀਦ 25% ਵਧੀ ਹੈ। ਇਹ ਸਾਰਾ ਸਿਹਰਾ ਜਿਹੜਾ ਹੈਗਾ ਉਹ ਸੰਘਰਸ਼ ਨੂੰ ਜਾਂਦਾ ਹੈ ਕਿ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਵਕਤ ਜੇ ਭਾਰਤ ਸਰਕਾਰ ਯਾਨੀ ਕਿ FCI ਦੀ ਗੱਲ ਕਰੀਏ ਤਾਂ FCI ਕੋਲੇ 77.1 ਮਿਲੀਅਨ ਟਨ ਯਾਨੀ ਕਿ 771 ਲੱਖ ਟਨ ਜਿਹੜੇ ਹੈਗਾ ਉਹ ਅਨਾਜ ਪਿਆ। ਹੁਣ ਸਰਕਾਰ ਨੇ ਜਿਹੜਾ ਮਿਥਿਆ ਹੈਗਾ ਉਹ ਹੈ 210 ਲੱਖ ਟਨ ਰਿਜ਼ਰਵ ਵਿੱਚ ਹੋਣਾ ਚਾਹੀਦਾ। ਯਾਨੀ ਕਿ ਜੇ ਇਸ ਹਿਸਾਬ ਨਾਲ ਦੇਖੀਏ ਤਾਂ ਜਿੰਨਾ ਸਰਕਾਰ ਕੋਲ ਹੈਗਾ ਤੇ ਜੋ ਮਿਥਿਆ ਉਹਦੇ 'ਚ 3.5 ਗੁਣਾ ਦਾ ਸਰਕਾਰ ਕੋਲ ਜ਼ਿਆਦਾ ਹੈ। ਪਰ ਕਿੱਦਾਂ ਅਸੀਂ ਦੇਖੀਏ ਕਿ ਸਾਡੀ ਅਨਾਜ ਦੀ ਲੋੜ ਕਿੰਨੀ ਹੈ। ਸੋ ਉਹਦੇ ਲਈ ਪਹਿਲਾਂ ਦੇਸ਼ ਦੀ ਆਰਥਿਕ ਹਾਲਾਤ ਦੇਖਣੇ ਚਾਹੀਦੇ ਕਿ ਕਿਸ ਤਰ੍ਹਾਂ ਦੇ ਆਰਥਿਕ ਹਾਲਾਤ ਹਨ, ਫਿਰ ਦੇਸ਼ ਦੇ ਵਿੱਚ ਕਾਨੂੰਨ ਕਿਹੜਾ ਲਾਗੂ ਹੈਗਾ, ਕਿਉਂਕਿ ਸਤੰਬਰ 2013 ਤੋਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਲਾਗੂ ਹੈ। ਹੁਣ ਮੈਡਮ ਸ਼ਵੇਤਾ ਸੈਣੀ ਅਤੇ ਅਸ਼ੋਕ ਗੁਲਾਟੀ ਦਾ ਇੱਕ ਪੇਪਰ ਆਇਆ ਹੈ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਚੈਲੰਜਿਸ ਬਫਰ ਸਟਾਕਿੰਗ ਐਂਡ ਵੇ ਫਾਰਵਰਡ। ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ 67% ਆਬਾਦੀ ਨੂੰ ਜਿਹੜਾ ਹੈਗਾ ਉਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਅਧੀਨ ਸਸਤਾ ਅਨਾਜ ਦੇਣਾ ਪਊਗਾ। ਅਤੇ ਉਸ ਵਕਤ ਜਿਹੜੀ ਆਬਾਦੀ ਉਹਨਾਂ ਨੇ ਲਈ ਹੈ ਉਹ 1210 ਮਿਲੀਅਨ ਹੈ, ਯਾਨੀ ਕਿ 1210 ਮਿਲੀਅਨ ਦਾ 67% ਆਬਾਦੀ ਯਾਨੀ ਕਿ 61 ਮਿਲੀਅਨ ਟਨ ਅਨਾਜ ਦੀ ਲੋੜ ਪਵੇਗੀ ਉਹਨੂੰ ਦੇਣ ਲਈ। ਅਤੇ ਹੁਣ ਜੋ ਆਬਾਦੀ ਵਧੀ ਹੈ, ਜੋ ਅੱਜ ਦੀ ਆਬਾਦੀ ਹੈ, ਜੇ ਉਹਦੇ ਹਿਸਾਬ ਨਾਲ ਅਸੀਂ ਲਾਈਏ ਅਨੁਮਾਨ ਤਾਂ ਸਾਨੂੰ 68 ਮਿਲੀਅਨ ਟਨ ਅਨਾਜ ਚਾਹੀਦਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਚਾਲੂ ਰੱਖਣ ਲਈ। ਸੋ ਹੈ ਕਿੰਨਾ? ਅਪ੍ਰੈਲ 2021 ਦੇ ਵਿੱਚ 77 ਲੱਖ ਟਨ ਹੈ, 77 ਮਿਲੀਅਨ ਟਨ, 77 ਮਿਲੀਅਨ ਟਨ, 771 ਲੱਖ ਟਨ। ਠੀਕ ਹੈ। ਸੋ 77 ਮਿਲੀਅਨ ਟਨ ਅਤੇ ਚਾਹੀਦਾ ਕਿੰਨਾ? 68 ਮਿਲੀਅਨ ਟਨ। ਇਹ 'ਤੇ ਕਿੰਨਾ ਕੁ ਫਰਕ ਹੋਇਆ? ਸਿਰਫ 10% ਦਾ ਫਰਕ ਹੋਇਆ ਇਹਦੇ ਵਿੱਚ। ਸੋ ਉਹ ਜਿਹੜਾ 10% ਦਾ ਫਰਕ ਹੈ ਉਹ ਤਾਂ ਵੈਸੇ ਵੀ ਸਰਕਾਰ ਨੂੰ ਆਪਦੇ ਹੱਥ ਹੇਠ ਰੱਖਣਾ ਚਾਹੀਦਾ ਹੈ, ਕਿਉਂਕਿ ਕੁਦਰਤੀ ਆਫਤ ਦਾ ਕੋਈ ਪਤਾ ਥੋੜ੍ਹੀ ਲੱਗਦਾ ਕਦੋਂ ਆਉਂਦੀ ਹੈ। ਅਤੇ ਫਿਰ ਆਪਣੀ ਸਪਲਾਈ ਚਾਲੂ ਰੱਖਣ ਲਈ, ਕੀਮਤਾਂ ਸਥਿਰ ਰੱਖਣ ਲਈ ਇਹ ਚੀਜ਼ ਤਾਂ ਸਰਕਾਰ ਦੇ ਹੱਥ ਹੇਠ ਹੋਣੀ ਚਾਹੀਦੀ ਹੈ। ਦੂਜੇ ਪਾਸੇ ਹੁਣ ਤੁਸੀਂ ਪਿਛਲੇ ਸਾਲ ਦੀ ਮਹਾਂਮਾਰੀ ਦੇਖੋ ਕਿ 2020 ਦੇ ਵਿੱਚ ਜਦੋਂ ਮਹਾਂਮਾਰੀ ਆਈ ਹੈ
ਤਾਂ ਅਪ੍ਰੈਲ 2020 ਤੋਂ ਲੈ ਕੇ ਨਵੰਬਰ 2020 ਤੱਕ ਸਰਕਾਰ ਨੇ ਕਣਕ ਅਤੇ ਚੌਲ 320 ਲੱਖ ਟਨ ਵੰਡੇ ਹੈ। ਸੋ ਤਾਂ ਹੀ ਵੰਡੇ ਜੇ ਸਾਡੇ ਰਿਜ਼ਰਵ ਦੇ ਵਿੱਚ ਸੀਗੇ, ਜੇ ਨਾ ਹੁੰਦੇ ਤਾਂ ਫਿਰ ਕੀ ਹੁੰਦਾ ਇਸ ਚੀਜ਼ ਦਾ। ਸੋ ਸਾਰੇ ਦੇ ਵਿੱਚ ਇਹ ਸਾਰੇ ਨੂੰ ਇਕੱਠਾ ਕਰ ਲਈਏ, ਯਾਨੀ ਕਿ BPL APL ਦੇ ਸਰਕਾਰੀ ਅੰਕੜੇ ਜਾਂ ਫਿਰ ਗਰੀਬੀ ਕਿੰਨੀ ਹੈ, ਬੇਰੁਜ਼ਗਾਰੀ ਕਿਵੇਂ ਹੈ, ਲੋਕਾਂ ਦੀ ਆਮਦਨ ਦਾ ਕੀ ਹੈ, ਕਿਸਾਨਾਂ ਦੀ ਆਮਦਨ ਕਿੰਨੀ ਹੈ, ਪੈਦਾਵਾਰ ਕਿੰਨੀ ਹੈ, ਭਲਾਈ ਰਾਜ ਧਾਰਨਾ ਕੀ ਹੈ। ਇਸ ਦੇ ਬਾਵਜੂਦ ਵੀ ਸਾਡੇ ਸਰਕਾਰ ਦੇ ਸਲਾਹਕਾਰ ਇਹ ਕਹਿ ਰਹੇ ਹਨ ਕਿ ਸਰਕਾਰੀ ਖਰੀਦ ਘਟਾਉਣੀ ਚਾਹੀਦੀ ਹੈ ਜਾਂ ਬੰਦ ਕਰ ਦੇਣੀ ਚਾਹੀਦੀ ਹੈ। ਹੁਣ ਦੂਜੇ ਪਾਸੇ ਮੈਂ ਵਰਣਨ ਕਰਨ ਲੱਗਿਆ ਕਿ ਜਿੰਨੀਆਂ ਯੂਨੀਅਨ ਟੈਰੀਟਰੀਜ਼ ਸਰਕਾਰ ਦੇ ਅਧੀਨ ਆਉਂਦੀਆਂ, ਉਹਨਾਂ ਯੂਨੀਅਨ ਟੈਰੀਟਰੀਜ਼ ਦੇ ਵਿੱਚ ਜਿਹੜਾ ਮਾਰਕੀਟ ਰੇਟ ਅਤੇ ਪਬਲਿਕ ਡਿਸਟਰੀਬਿਊਸ਼ਨ ਰੇਟ ਦੇ ਵਿੱਚ ਜਿਹੜਾ ਅੰਤਰ ਹੈ ਉਹ ਹੀ ਦਿੱਤਾ ਜਾਂਦਾ ਹੈਗਾ, ਉਸ ਖਾਤੇ ਵਿੱਚ ਪਾਇਆ ਜਾਂਦਾ। ਯਾਨੀ ਕਿ ਜਿਹੜਾ ਪੈਸਾ ਗਰੀਬਾਂ ਦੇ ਖਾਤੇ ਦੇ ਵਿੱਚ ਪਾ ਦਿੱਤਾ ਜਾਂਦਾ, ਸਰਕਾਰ ਉਹ ਪੈਸਾ ਪਾ ਕੇ ਹੇਠਲੇ ਲੈਵਲ ਦੀ ਕਰਪਸ਼ਨ ਤਾਂ ਖਤਮ ਕਰ ਸਕਦੀ ਹੈ, ਪਰ ਪਰਿਵਾਰ ਭੁੱਖਾ ਰਹਿ ਗਿਆ। ਕਿਉਂਕਿ ਗਰੀਬੀ ਇਕੱਲੀ ਅਨਾਜ ਦੀ ਨਹੀਂ ਹੈ, ਗਰੀਬੀ ਦੇ ਨਾਲ ਬੜਾ ਕੁਝ ਜੁੜਦਾ ਹੈ। ਹੁਣ ਜਦੋਂ ਪੈਸੇ ਆਏ, ਬੱਚਾ ਬਿਮਾਰ ਹੈ, ਖੰਡ ਹੈ ਨਹੀਂ ਗੀ, ਫੀਸ ਦੇਣ ਨੂੰ ਬੱਚੇ ਦੀ ਫੀਸ ਦੇਣ ਨੂੰ ਪੈਸਾ ਲੱਗ ਗਿਆ, ਜਾਂ ਫਿਰ ਤਨ ਢੱਕਣ ਨੂੰ ਕੱਪੜਾ ਵੀ ਚਾਹੀਦਾ, ਪੈਸਾ ਉੱਧਰ ਲੱਗ ਗਿਆ, ਪਰਿਵਾਰ ਭੁੱਖਾ ਰਹਿ ਗਿਆ। ਹੁਣ ਇਹੀ ਜੇ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਦੇ ਅਧੀਨ ਅਸੀਂ ਕਣਕ ਚੌਲ ਦਿੱਤੇ ਹੁੰਦੇ ਤਾਂ ਘੱਟੋ ਘੱਟ ਢਿੱਡ ਤਾਂ ਭਰਿਆ ਜਾਂਦਾ। ਸੋ ਇਹ ਫਿਰ ਵਿਚਾਰਨਯੋਗ ਹੈ ਕਿ ਅਸੀਂ ਕਿਹੜੇ ਪਾਸੇ ਨੂੰ ਹੁਣ ਤੁਰਨ ਲੱਗੇ ਹਾਂ ਅਨਾਜ ਦੀ। ਚਲੋ ਮੰਨ ਲਈਏ ਕਿ ਜੇ ਥੋੜ੍ਹਾ ਜਿਹਾ ਅਨਾਜ ਸਾਡੀ ਪੈਦਾਵਾਰ ਲੋੜ ਨਾਲੋਂ ਜ਼ਿਆਦਾ ਹੈ, ਕਾਰਨ ਕੋਈ ਵੀ ਹੋਵੇ, ਹੁਣ ਉਹਨੂੰ ਠੀਕ ਕਿਵੇਂ ਕਰੀਏ। ਜਿੰਨੇ ਕਿਸਾਨ ਦਿੱਲੀ ਬਾਰਡਰਾਂ 'ਤੇ ਬੈਠੇ ਹੈ, ਅੱਜ ਉਹ ਇੱਕ ਪਰਿਵਾਰ ਵਾਂਗੂ ਹੈ, ਇਕੱਠੇ ਪਕਾਉਂਦੇ ਖਾਂਦੇ ਹੈ ਅਤੇ ਜੋ ਫੈਸਲੇ ਲੈਂਦੇ ਆ ਉਹ ਵੀ ਇਕਜੁੱਟ ਹੋ ਕੇ ਲੈਂਦੇ ਹੈ। ਸੋ ਕਿਸਾਨ ਜਥੇਬੰਦੀਆਂ ਨੂੰ ਥੋੜ੍ਹਾ ਜਿਹਾ ਇਸ ਪਾਸੇ ਸੋਚਣਾ ਚਾਹੀਦਾ ਹੈ ਕਿ ਅਸੀਂ ਆਪਣੀ ਪੈਦਾਵਾਰ ਨੂੰ ਲੋੜ ਦੇ ਅਨੁਸਾਰ ਕਰੀਏ, ਕਿਉਂਕਿ ਜਿੰਨੇ ਵਿਕਸਿਤ ਦੇਸ਼ ਹੈਗੇ ਹੈ ਉੱਥੇ ਜਿੰਨੇ ਲੋਕ ਫਸਲ ਉਗਾਉਂਦੇ ਹੈਗੇ ਆ, ਜ਼ਿਮੀਂਦਾਰ ਹੈ, ਉਹ ਸਾਰੀਆਂ ਐਸੋਸੀਏਸ਼ਨਸ ਬਣੀਆਂ। ਉਹ ਐਸੋਸੀਏਸ਼ਨਸ ਪਹਿਲਾਂ ਪੁਰਾਣੇ ਸਾਲ ਦਾ ਸਟਾਕ ਲੈਂਦੀਆਂ ਕਿ ਕਿੰਨਾ ਸਟਾਕ ਪਿਆ, ਉਹਦੇ ਹਿਸਾਬ ਨਾਲ ਜਿਹੜੀ ਨਵੀਂ ਫਸਲ ਬੀਜੀ ਜਾਂਦੀ ਹੈ ਅਤੇ ਤਾਂ ਕਿ ਉਹਦੇ ਕੀਮਤਾਂ ਸਥਿਰ ਰਹਿਣ। ਹੁਣ ਕਿਸਾਨਾਂ ਨੂੰ ਜਿਹੜਾ ਫਾਇਦਾ ਉਦੋਂ ਹੀ ਮਿਲੇਗਾ ਜਦੋਂ ਕੀਮਤ ਜਿਹੜੀ ਹੈਗੀ ਆ ਉਪਜ ਦੀ ਸਥਿਰ ਹੋਏਗੀ, ਉਹਨਾਂ ਚਿਰ ਕਿਸਾਨਾਂ ਨੂੰ ਫਾਇਦਾ ਨਹੀਂ ਮਿਲਣਾ। ਹੁਣ ਜਿਹੜੇ ਕਿਸਾਨ ਦਿੱਲੀ ਬੈਠੇ ਹਨ ਉਹ ਪੈਦਾਵਾਰ ਵੀ ਵੱਧ ਤੋਂ ਵੱਧ ਕਰਦੇ ਹਨ, ਹਾਲਾਂਕਿ ਕਈ ਵਾਰੀ ਵੱਧ ਪੈਦਾ ਕਰਨ ਦੇ ਚੱਕਰ ਦੇ ਵਿੱਚ ਅਸੀਂ ਲੋੜ ਨਾਲੋਂ ਜ਼ਿਆਦਾ ਖਰਚਾ ਵੀ ਕਰ ਜਾਂਦੇ ਹਾਂ। ਹੁਣ ਜਿਵੇਂ ਮਿਸਾਲ ਦੇ ਤੌਰ 'ਤੇ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਜਿਨ੍ਹਾਂ ਨੇ ਕਣਕ ਵੇਲੇ ਪੂਰੀ DAP ਪਾਈ ਹੈ ਉਹਨਾਂ ਨੂੰ ਧਾਨ ਦੀ ਫਸਲ 'ਚ DAP ਪਾਉਣ ਦੀ ਲੋੜ ਨਹੀਂ, ਪਰ ਫਿਰ ਵੀ ਸਾਡੇ ਕਿਸਾਨ ਵੀਰ ਕੋਈ ਅੱਧੀ ਬੋਰੀ ਕੋਈ ਪੂਰੀ ਬੋਰੀ ਪਾਉਂਦੇ ਹੈ। ਉੱਧਰ ਦੂਜੇ ਪਾਸੇ ਇਸੇ ਯੂਰੀਏ ਦੀ ਵੀ ਵੱਧਦੀ ਹੈ। ਨਾਲ ਹੀ ਅਸੀਂ ਇਹ ਵੀ ਕਹਿੰਦੇ ਹਾਂ ਕਿ ਕਿਤੇ ਸੁੰਡੀ ਨਾ ਲੱਗ ਜੇ, ਕੋਈ ਹੋਰ ਬਿਮਾਰੀ ਨਾ ਲੱਗ ਜੇ, ਸਪਰੇਅ ਵੀ ਅਸੀਂ ਐਂਟੀਸਪੇਸ਼ਨ ਹੀ ਕਰਦੇ ਹਾਂ। ਸੋ ਉਹਦੇ 'ਚ ਅਸਲ ਇਹਦਾ ਮਗਰ ਕਾਰਨ ਕੀ ਹੈ ਕਿ ਜਿਹੜਾ ਜ਼ਮੀਨਾਂ ਫਸਲਾਂ ਦੋ ਹੀ ਆਉਣੀਆਂ, ਜ਼ਮੀਨਾਂ ਥੋੜ੍ਹੀਆਂ ਹੈਗੀਆਂ। ਹੁਣ ਜਿਹੜੀ ਅੱਜ ਮਹਿੰਗਾਈ ਦਰ ਦੇ ਹਿਸਾਬ ਨਾਲ ਖਰਚੇ ਹੈਗੇ ਆ ਜ਼ਰੂਰਤ ਦੇ, ਉਹ ਵੱਧ ਗਏ ਆ ਆਮਦਨ ਨਾਲੋਂ। ਸੋ ਉਹਦਾ ਕੀ ਹੈ ਕਿ ਪੈਦਾਵਾਰ ਵੱਧ ਕਰਕੇ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਸਰਕਾਰ ਇਸ ਚੀਜ਼ 'ਤੇ ਨੂੰ ਵੀ ਚੰਗੀ ਤਰ੍ਹਾਂ ਅਸੀਂ ਸੁਚੱਜੇ ਢੰਗ ਨਾਲ ਪੈਦਾਵਾਰ ਨੂੰ ਸਾਂਭ ਲਈਏ, ਉਹਦੀ ਬਜਾਏ ਕਿਸਾਨਾਂ ਨੂੰ ਨਿਰਉਤਸ਼ਾਹਿਤ ਕਰਨ 'ਤੇ ਲੱਗੀ ਹੈਗੀ ਹੈ। ਜਦੋਂ ਲੋੜ ਸੀ ਅਨਾਜ ਦੀ ਉਦੋਂ ਤਾਂ ਇਨਸੈਂਟਿਵ ਪ੍ਰਾਈਸਿੰਗ ਦਿੱਤੀ, ਅੱਜ ਲੋੜ ਨਹੀਂ ਅਤੇ ਅੱਜ ਸਾਨੂੰ ਮਹਿੰਗਾਈ ਦਰ ਦੇ ਨਾਲ ਵੀ ਸਾਡੀਆਂ ਕੀਮਤਾਂ ਜੋੜ ਕੇ ਨਹੀਂ ਵਧਾਈਆਂ ਜਾਂਦੀਆਂ। ਸੋ ਇੱਥੇ ਹੀ ਜਿਹੜਾ ਫਰਕ ਹੈਗਾ ਸਰਕਾਰ ਦੀ ਅਤੇ ਕਿਸਾਨ ਦੀ ਸੋਚ ਦਾ। ਸੋ ਮੇਰੀ ਇਹ ਸਾਰੀ ਇੰਨੀ ਲੰਬੀ ਚੌੜੀ ਗੱਲ ਕਰਨ ਦਾ ਇੱਕੋ ਹੀ ਮਕਸਦ ਹੈ ਕਿ ਅੱਜ ਜਿਹੜੇ ਕਿਸਾਨ ਦਿੱਲੀ ਬੈਠੇ ਆ ਉਹ ਇੱਕ ਇਹੋ ਜਿਹੀ ਵਿਧੀ ਉਲੀਕੋ ਕਿ ਸਾਨੂੰ ਜਿਹੜੀ ਹੈਗੀ ਹੈ ਉਪਜ ਦਾ ਲਾਹੇਵੰਦ ਮੁੱਲ ਮਿਲ ਸਕੇ। ਸੋ ਉਹਦੇ ਲਈ ਜਿਹੜੀ ਹੈਗੀ ਹੈ ਇੱਕ ਚੀਜ਼ ਤੁਸੀਂ ਜਿਹੜੀ ਕਰ ਸਕਦੇ ਹੋ ਉਹ ਹੈ ਕਿ ਜਿਹੜੀਆਂ ਖਾਦਾਂ ਦੇ ਵਿੱਚ 10% ਦਾ ਕਟੌਤੀ ਹੋ ਸਕਦੀ ਹੈ, ਜਿਵੇਂ 10% ਨਾਲ ਲੈ ਆ ਸਕਦੀਆਂ, ਕਿਉਂਕਿ ਜਿਹੜਾ 10ਵਾਂ ਹਿੱਸਾ ਅਸੀਂ ਵੱਧ ਪੈਦਾਵਾਰ ਕਰਨ ਲਈ ਲਾਉਂਦੇ ਹਾਂ, 1 ਰੁਪਈਆ ਖਰਚ ਕੇ ਅਸੀਂ 2 ਰੁਪਏ ਕੱਢਦੇ ਹਾਂ। ਜੇ ਕਿਤੇ ਅਸੀਂ ਉਹ ਪੈਸੇ ਵਿਆਜ 'ਤੇ ਲਏ ਆ ਅਤੇ ਸਵਾ ਉੱਧਰ ਚਲਾ ਗਿਆ। ਸੋ ਅਸਲ ਦੇ ਵਿੱਚ ਲੈ ਕੀ ਪਿਆ ਸਾਡੇ, ਉਹ ਸਾਨੂੰ ਸੋਚਣ ਦੀ ਲੋੜ ਹੈਗੀ ਹੈ।
कि जे खादां दी असी लईए कि किन्नियां खादां असी पिछले साल दे विच साडे देश विच वरतों होई है तां 2015-16 साल दे विच 135.76 किलो प्रति हैक्टेयर खादां वरतीਆਂ। फिर 216-17 ਦੇ ਵਿੱਚ ਇਹਨਾਂ ਦੀ ਵਰਤੋਂ ਘਟ ਕੇ 123.41 ਕਿਲੋ ਪ੍ਰਤੀ ਹੈਕਟੇਅਰ ਰਹਿ ਗਈ ਤੇ ਅੱਗੋਂ ਇਹ ਫਿਰ ਹੌਲੀ ਹੌਲੀ ਵੱਧ ਕੇ 19-20 ਦੇ ਵਿੱਚ 133.44 ਕਿਲੋ ਪ੍ਰਤੀ ਹੈਕਟੇਅਰ ਆ ਗਈ। ਇਸ ਸਮੇਂ ਜਿਹੜੀ ਕਣਕ ਅਤੇ ਧਾਨ ਦੀ ਉਪਜ ਹੈ ਉਹ 190 ਮਿਲੀਅਨ ਮੈਟ੍ਰਿਕ ਟਨ ਤੋਂ ਵੱਧ ਕੇ 228 ਮਿਲੀਅਨ ਮੈਟ੍ਰਿਕ ਟਨ ਹੋਈ ਹੈ। ਹੁਣ ਜੇ ਅਸੀਂ ਖਾਦਾਂ ਘੱਟ ਪਾਉਂਦੇ ਹਾਂ ਤਾਂ ਉਹਦੇ ਨਾਲ ਸਾਨੂੰ ਕੀਟਨਾਸ਼ਕ ਦਵਾਈਆਂ ਵੀ ਘੱਟ ਪਾਉਣੀਆਂ ਪੈਂਦੀਆਂ। ਸੋ ਇਹ ਦੋਨਾਂ ਚੀਜ਼ਾਂ ਨੂੰ ਇੰਟਰ ਰਿਲੇਸ਼ਨ ਸਮਝ ਕੇ ਸਾਨੂੰ ਆਪਣੀ ਵਿਧੀ ਉਲੀਕਣ ਦੀ ਲੋੜ ਹੈ। ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ MSP ਨਾਲੋਂ ਜਿਹੜਾ ਅੰਤਰਰਾਸ਼ਟਰੀ ਭਾਅ ਘੱਟ ਹੈ, ਪਰ ਅੰਤਰਰਾਸ਼ਟਰੀ ਭਾਅ ਉਨਾ ਚਿਰ ਹੀ ਘੱਟ ਹੈ ਜਿੰਨਾ ਚਿਰ ਅਸੀਂ ਮਾਰਕੀਟ 'ਚ ਨਹੀਂ ਗਏ। ਜਦੋਂ ਅਸੀਂ ਖਰੀਦਣ ਗਏ ਅਸਲ ਭਾਅ ਉਦੋਂ ਪਤਾ ਲੱਗਦਾ ਹੈ। ਪਿਛਲੇ ਸਾਲ ਇਹ ਦੇਸ਼ ਨੇ ਇੱਕ ਦੇਸ਼ ਤੋਂ ਦਾਲਾਂ ਖਰੀਦੀਆਂ, ਇੱਕਦਮ ਉਹਨਾਂ ਨੇ 20% ਭਾਅ ਵਧਾ ਦਿੱਤੇ, ਅਸੀਂ ਉਹ 20% ਵੱਧ ਦੇ ਕੇ ਦਾਲਾਂ ਖਰੀਦੀਆਂ। ਸੋ ਅੰਤਰਰਾਸ਼ਟਰੀ ਭਾਅ ਤਾਂ ਜਦੋਂ ਮਾਰਕੀਟ 'ਚ ਅਸੀਂ ਜਾਂਦੇ ਹਾਂ ਉਦੋਂ ਹੀ ਪਤਾ ਲੱਗਦਾ ਹੈ। ਅਤੇ ਕਿਸਾਨ ਵੀਰਾਂ ਨੂੰ ਅੱਜ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਉਪਜ ਦੀ ਪੈਦਾਵਾਰ ਅਤੇ ਲੋੜ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ, ਪਰ ਜਿਹੜੀ ਸਾਨੂੰ ਇਸ ਵਕਤ ਜ਼ਰੂਰਤ ਹੈ ਆਪਣੀ ਉਪਜ ਦੀ ਲੋੜ ਮਹਿਸੂਸ ਕਰਾਉਣ ਦੀ ਜ਼ਰੂਰਤ ਹੈ। ਉਸ 'ਤੇ ਸਾਨੂੰ ਆਪਣਾ ਫੋਕਸ ਰੱਖਣਾ ਚਾਹੀਦਾ, ਧਿਆਨ ਦੇਣਾ ਚਾਹੀਦਾ। ਅਤੇ ਸਰਕਾਰ ਵੀ ਇਸ ਵਕਤ ਜਿਹੜੀ ਹੈਗੀ ਹੈ ਉਹ ਦੂਰ ਅੰਦੇਸ਼ੀ ਨਾਲ ਸੋਚੇ ਕਿ ਨਿਰਾ ਪੂਰਾ ਇਹ ਨਹੀਂ ਕਿ ਜਿਹੜੀ ਹੈਗੀ ਹੈ ਖਰਚੇ ਵੱਧ ਗਏ ਅਨਾਜ ਸਾਂਭਣ ਦੇ, ਇਸ ਕਰਕੇ ਅਸੀਂ ਸਰਕਾਰੀ ਖਰੀਦ ਘਟਾਉਣੀ ਹੈ, ਬੰਦ ਕਰਨੀ ਹੈ। ਸੋ ਇਹ ਦੂਰ ਅੰਦੇਸ਼ੀ ਨੂੰ ਲੈ ਕੇ ਨਾਲ ਚੱਲੇ ਕਿ ਇਹਨੂੰ ਲੱਤ ਨਾ ਮਾਰੇ ਅਨਾਜ ਨੂੰ, ਕਿਉਂਕਿ ਇੱਕ ਪੁਰਾਣੀ ਕਹਾਵਤ ਹੈ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਧੰਨਵਾਦ।